ਭਗਵੰਤ ਮਾਨ ਨੂੰ ਧੂਰੀ ਤੋਂ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਕਿਉਂਕਿ ਭਗਵੰਤ ਮਾਨ ਦਾ ਜਿਹੜਾ ਲੋਕ ਸਭਾ ਹਲਕਾ ਹੈ ਧੂਰੀ ਉਹਦਾ ਇੱਕ ਵਿਧਾਨ ਸਭਾ ਹਲਕਾ ਜਿੱਥੋਂ ਇਸ ਵੇਲੇ ਮਿਸਟਰ ਗੋਲਡੀ ਕਾਂਗਰਸ ਦੇ ਵੱਲੋਂ ਵਿਧਾਇਕ ਨੇ ਜੀ ਦਲਬੀਰ ਸਿੰਘ ਇਹ ਪੂਰਾ ਬਹੁਮਤ ਲੈ ਕੇ ਪਾਰਟੀ ਆ ਗਈ ਔਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਤਾਂ ਫਿਰ ਕਿਹੜੀ ਸੀਟ ਛੱਡਣਗੇ ਉਹ ਲੋਕ ਸਭਾ ਦੀ ਜੇ ਲੋਕ ਸਭਾ ਦੀ ਸੀਟ ਛੱਡਣਗੇ ਤਾਂ ਉੱਥੇ ਫੇਰ ਦੁਬਾਰਾ ਤੋਂ ਚੋਣ ਹੋਵੇਗੀ ਜੀ ਇਹ ਤਾਂ ਹੈ ਨਹੀਂ ਕਿ 24 ਤੱਕ ਉਹਨੂੰ ਖਾਲੀ ਛੱਡ ਦਿੱਤਾ ਜਾਵੇ ਪਹਿਲਾਂ ਵੀ ਪਿਛਲੀਆਂ ਚੋਣਾਂ ਦੇ ਵਿੱਚ ਵੀ 2017 ਦੇ ਵਿੱਚ ਭਗਵੰਤ ਮਾਨ ਇੱਕ ਵੱਡਾ ਸਟਾਰ ਪ੍ਰਚਾਰਕ ਸੀਗਾ ਉਹਨੇ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਇਹ ਜਿਹੜੀਆਂ 4 ਸੀਟਾਂ ਆਈਆਂ ਇਹਨਾਂ ਨੂੰ ਉਹਦੇ ਵਿੱਚ ਭਗਵੰਤ ਮਾਨ ਦਾ ਯੋਗਦਾਨ ਹੈ ਜੇ ਭਗਵੰਤ ਮਾਨ ਸਾਹਿਬ ਜਿੱਤ ਕੇ ਸਰਕਾਰ ਬਣਾ ਲੈਂਦੇ ਨੇ ਜੀ ਤਾਂ ਉਹਨਾਂ ਨੂੰ ਪੱਕੀ ਗੱਲ ਹੈ ਕਿ ਸੰਗਰੂਰ ਲੋਕ ਸਭਾ ਦੀ ਸੀਟ ਛੱਡਣੀ ਪਏ ਜੇ ਮੰਨ ਲਓ ਇਹਨਾਂ ਦੀ ਸਰਕਾਰ ਨਹੀਂ ਆਉਂਦੀ ਔਰ ਭਗਵੰਤ ਮਾਨ ਸਾਹਿਬ ਜਿੱਤ ਜਾਂਦੇ ਆ ਤੇ ਫਿਰ ਭਗਵੰਤ ਮਾਨ ਸਾਹਿਬ ਕਿਹੜੀ ਸੀਟ ਰੱਖਣਗੇ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਜੀ ਜੇ ਵਿਧਾਨ ਸਭਾ ਦੀ ਛੱਡਣਗੇ ਤਾਂ ਧੂਰੀ ਤੇ ਇੱਕ ਵਾਰੀ ਫੇਰ ਚੋਣ ਹੋਵੇਗੀ ਢਿੱਲੋਂ ਜੀ ਸੁਖਜਿੰਦਰ ਰੰਧਾਵਾ ਦੇ ਵੱਲੋਂ ਮੋਦੀ ਤੇ ਕੈਪਟਨ ਤੇ ਨਿਸ਼ਾਨੇ ਸਾਧੇ ਗਏ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਸਾਫ਼ ਕਹਿਣਾ ਕਿ ਮੋਦੀ ਤੇ ਕੈਪਟਨ ਨੂੰ ਹੁਣ ਪੰਜਾਬ ਦੇ ਵਿੱਚ ਡਬਲ ਡੋਜ਼ ਦੇਵਾਂਗੇ ਤੇ ਪੰਜਾਬ ਦੇ ਫਿਰ ਡਬਲ ਇੰਜਨ ਸਰਕਾਰ ਚੱਲੇਗੀ ਇਹਦਾ ਮਤਲਬ ਢੀਂਡਸਾ ਸਾਹਿਬ ਗਾਰਡ ਨੇ ਉਹਨਾਂ ਨੂੰ ਇੰਜਨ ਨਹੀਂ ਮੰਨਿਆ ਜਾ ਰਿਹਾ ਜੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੱਖੀ ਵਿੱਤੀ ਮਾਡਲ ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਉਹ ਕੰਮ ਕਰੇਗੀ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੁਹਾੜਾ ਪੱਟ ਰਿਹਾ ਹੈ ਕਿ ਮਈ ਤੱਕ ਪੰਜਾਬ ਦੇ ਸਿਰ ਤੇ 50,000 ਕਰੋੜ ਦਾ ਕਰਜ਼ਾ ਹੋਰ ਚੜ ਜਾਏਗਾ 3 ਲੱਖ ਕਰੋੜ ਦਾ ਪਿੱਛੇ ਰਹਿ ਗਿਆ ਉਹ ਦੇਣਾ ਕਿਹਨੇ ਹੈ ਕਿੱਥੋਂ ਦੇਣਾ ਹੈ ਤੇ ਭਗਵੰਤ ਮਾਨ ਸਾਹਿਬ ਇਹਦਾ ਮਾਡਲ ਵੀ ਨਾਲ ਦੱਸ ਦੇਣ ਕਿ ਜੇ ਉਹਨਾਂ ਨੇ ਇਸ ਮਾਡਲ ਤੇ ਕੰਮ ਕਰਨਾ ਇਸ ਮਾਡਲ ਤੇ ਕੰਮ ਕਰਨ ਵਾਸਤੇ ਖਜ਼ਾਨੇ 'ਚ 4 ਛੱਲੜ ਚਾਹੀਦੇ ਨੇ ਜੇ ਪੈਸੇ ਹੀ ਨਹੀਂ ਖਜ਼ਾਨੇ 'ਚ ਹੋਣਗੇ ਸਤਿ ਸ਼੍ਰੀ ਅਕਾਲ ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਧੂਰੀ ਤੋਂ ਭਗਵੰਤ ਮਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਮੋਦੀ ਤੇ ਕੈਪਟਨ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੋਦੀ ਤੇ ਕੈਪਟਨ ਨੂੰ ਪੰਜਾਬ ਦੇ ਵਿੱਚ ਅਸੀਂ ਡਬਲ ਡੋਜ਼ ਦੇਵਾਂਗੇ ਇਸ ਤਰੀਕੇ ਦੀ ਗੱਲਬਾਤ ਜਿਹੜੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਕਿਸਾਨ ਆਗੂਆਂ ਦੇ ਹੱਥਾਂ 'ਚ ਹੋਵੇਗੀ ਸੱਤਾ ਦੀ ਚਾਬੀ ਚਰੋੜੀ ਦਾ ਇਹ ਬਿਆਨ ਜਿਹੜਾ ਕਿ ਸਾਹਮਣੇ ਆਇਆ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਵਿਸ਼ੇ ਨੇ ਜਿਸ ਤੇ ਗੱਲਬਾਤ ਕਰਾਂਗੇ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਬੜੀ ਮਿਹਰਬਾਨੀ ਜੀ ਰੀਨਾ ਜੀ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਂਦੇ ਹਾਂ ਭਗਵੰਤ ਮਾਨ ਨੂੰ ਧੂਰੀ ਤੋਂ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੇਖੋ ਇਹ ਸਾਰਾ ਕੰਮ ਆਮ ਆਦਮੀ ਪਾਰਟੀ ਵਾਲੇ ਕਿਸ਼ਤਾਂ 'ਚ ਕਰਦੇ ਆ ਤਾਂ ਕਿ ਲੋਕਾਂ ਦੇ ਵਿੱਚ ਚਰਚਾ ਬਣੀ ਰਹੇ ਤੇ ਅਖਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਜਾਣ ਜੀ ਜਦੋਂ ਪਰਸੋਂ ਉਹਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਤਾ ਸੀ ਤੇ ਆਹ ਗੱਲ ਵੀ ਨਾਲ ਹੀ ਕਰ ਦਿੰਦੇ ਇਹ ਬਾਰ-ਬਾਰ ਕਿਉਂ ਇਹ ਚੀਜ਼ ਨੂੰ ਕੀਤਾ ਜਾ ਰਿਹਾ ਹੈਗਾ ਤਾਂ ਕਿ ਅਖਬਾਰਾਂ ਦੇ ਪਹਿਲੇ ਸਫ਼ੇ ਦੇ ਉੱਤੇ ਉਹਨਾਂ ਦੀ ਫੋਟੋ ਛਾਇਆ ਹੋਏ ਉਹਨਾਂ ਨੇ ਕਿਹਾ ਕਿ ਉਹ ਭਗਵੰਤ ਮਾਨ ਜੀ ਧੂਰੀ ਤੋਂ ਚੋਣ ਲੜਨਗੇ ਕਿਉਂਕਿ ਭਗਵੰਤ ਮਾਨ ਦਾ ਜਿਹੜਾ ਲੋਕ ਸਭਾ ਹਲਕਾ ਹੈ ਧੂਰੀ ਉਹਦਾ ਇੱਕ ਵਿਧਾਨ ਸਭਾ ਹਲਕਾ ਜਿੱਥੋਂ ਇਸ ਵੇਲੇ ਮਿਸਟਰ ਗੋਲਡੀ ਕਾਂਗਰਸ ਦੇ ਵੱਲੋਂ ਵਿਧਾਇਕ ਨੇ ਜੀ ਦਲਬੀਰ ਸਿੰਘ ਗੋਲਡੀ ਉੱਥੇ ਭਗਵੰਤ ਮਾਨ ਨੂੰ ਐਲਾਨ ਦਿੱਤਾ ਗਿਆ ਜੇ ਪਤਾ ਨਹੀਂ ਇਹਨਾਂ ਦੀ ਪਾਰਟੀ ਪੂਰਾ ਬਹੁਮਤ ਲੈ ਕੇ ਆਉਂਦੀ ਹੈ ਜਾਂ ਨਹੀਂ ਆਉਂਦੀ ਜੀ ਜੇ ਪੂਰਾ ਬਹੁਮਤ ਲੈ ਕੇ ਪਾਰਟੀ ਆ ਗਈ ਔਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਤਾਂ ਫਿਰ ਕਿਹੜੀ ਸੀਟ ਛੱਡਣਗੇ ਉਹ ਲੋਕ ਸਭਾ ਦੀ ਜੇ ਲੋਕ ਸਭਾ ਦੀ ਸੀਟ ਛੱਡਣਗੇ ਤਾਂ ਉੱਥੇ ਫੇਰ ਦੁਬਾਰਾ ਤੋਂ ਚੋਣ ਹੋਵੇਗੀ ਜੀ ਇਹ ਤਾਂ ਹੈ ਨਹੀਂ ਕਿ 24 ਤੱਕ ਉਹਨੂੰ ਖਾਲੀ ਛੱਡ ਦਿੱਤਾ ਜਾਵੇ ਇਹਦਾ ਮਤਲਬ 2 ਮਹੀਨੇ ਫੇਰ ਤੁਸੀਂ ਚੋਣਾਂ ਦੇ ਵਿੱਚ ਲੱਗੇ ਰਹੋ ਸਾਡੇ ਕੋਲ ਦੂਜਾ ਬਦਲਵਾਂ ਪੱਖ ਕਿਉਂ ਨਹੀਂ ਇਹ ਰਾਜਸੀ ਪਾਰਟੀਆਂ ਦੂਜੀ ਇੱਕ ਜਿਹੜੇ ਕਤਾਰ ਦੇ ਆਗੂ ਨੇ ਉਹਨਾਂ ਨੂੰ ਅੱਗੇ ਆਉਣ ਕਿਉਂ ਨਹੀਂ ਦਿੰਦੇ ਬਿਲਕੁਲ ਜੀ ਉਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਵਿਸ਼ਾ
ਸੋ ਜੇ ਭਗਵੰਤ ਮਾਨ ਜਿੱਤ ਜਾਂਦੇ ਨੇ, ਦੂਜੀ ਉਹਨਾਂ ਨੂੰ ਧੂਰੀ ਦੀ ਸੀਟ ਤੋਂ ਲੜਾਇਆ ਜਾ ਰਿਹਾ ਹੈ, ਤਾਂ ਅਗਲੇ ਦਿਨਾਂ ਦੇ ਵਿੱਚ ਜੇ ਚੋਣ ਕਮਿਸ਼ਨ ਨੇ ਪਾਬੰਦੀਆਂ ਖੋਲ੍ਹਤੀਆਂ ਜੀ ਤਾਂ ਇੱਥੇ ਵੱਡੀਆਂ ਰੈਲੀਆਂ ਵੀ ਹੋ ਸਕਦੀਆਂ ਨੇ। ਤੇ ਭਗਵੰਤ ਮਾਨ ਇਹਨਾਂ ਦਾ ਸਟਾਰ ਪ੍ਰਚਾਰਕ ਹੈ। ਹੋਰ ਪਹਿਲਾਂ ਵੀ ਪਿਛਲੀਆਂ ਚੋਣਾਂ ਦੇ ਵਿੱਚ ਵੀ 2017 ਦੇ ਵਿੱਚ ਭਗਵੰਤ ਮਾਨ ਇੱਕ ਵੱਡਾ ਸਟਾਰ ਪ੍ਰਚਾਰਕ ਸੀਗਾ। ਉਹਨੇ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਕੀਤਾ। ਇਹ ਜਿਹੜੀਆਂ 4 ਸੀਟਾਂ ਆਈਆਂ ਇਹਨਾਂ ਨੂੰ, ਉਹਦੇ ਵਿੱਚ ਭਗਵੰਤ ਮਾਨ ਦਾ ਯੋਗਦਾਨ ਹੈ। ਜੇ ਉਹਨੂੰ ਹੁਣ ਇਹਨਾਂ ਨੇ ਧੂਰੀ ਤੱਕ ਸੀਮਿਤ ਕਰਕੇ ਰੱਖਤਾ, ਜੇ ਇਹਨਾਂ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ 6 ਮਹੀਨੇ ਵਾਸਤੇ ਤਾਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਜੀ। 6 ਮਹੀਨਿਆਂ ਦੇ ਵਿੱਚ ਚੋਣ ਕਰਾਉਣੀ ਹੁੰਦੀ ਹੈ। ਅਜਿਹੀ ਸਥਿਤੀ ਦੇ ਵਿੱਚ 2 ਚੋਣਾਂ ਇਕੱਠੀਆਂ ਹੋ ਜਾਂਦੀਆਂ, ਜਿੱਥੋਂ ਭਗਵੰਤ ਮਾਨ ਨੂੰ ਲੜਾਇਆ ਜਾਂਦਾ ਤੇ ਦੂਜੀ ਲੋਕ ਸਭਾ ਦੀ ਸੀਟ। ਹੁਣ ਜੇ ਭਗਵੰਤ ਮਾਨ ਸਾਹਿਬ ਜਿੱਤ ਕੇ ਸਰਕਾਰ ਬਣਾ ਲੈਂਦੇ ਨੇ ਜੀ ਤਾਂ ਉਹਨਾਂ ਨੂੰ ਪੱਕੀ ਗੱਲ ਹੈ ਕਿ ਸੰਗਰੂਰ ਲੋਕ ਸਭਾ ਦੀ ਸੀਟ ਛੱਡਣੀ ਪਏਗੀ। ਅਜਿਹੀ ਸਥਿਤੀ ਦੇ ਵਿੱਚ ਫਿਰ ਦੁਬਾਰਾ ਤੋਂ ਖਰਚਾ ਪੰਜਾਬ ਦੇ ਸਿਰ ਤੇ ਹੀ ਪੈਣਾ, ਕਿਸੇ ਹੋਰ ਦੇ ਸਿਰ ਤੇ ਤਾਂ ਪੈਣਾ ਨਹੀਂ ਜੀ। ਬਿਲਕੁਲ। ਪਰ ਜੇ ਬੰਦਾ ਸੱਤਾ 'ਚ ਹੋਵੇ ਤਾਂ ਇਹ ਨਤੀਜੇ ਹੋਰ ਕਿਸਮ ਦੇ ਹੁੰਦੇ ਨੇ। ਜੇ ਸੱਤਾ 'ਚ ਨਾ ਹੋਣ ਫਿਰ ਨਤੀਜੇ ਹੋਰ ਕਿਸਮ ਦੇ ਨੇ। ਇਹ ਮੰਨ ਲਿਆ ਜਾਵੇ ਕਿ ਜੇ ਮੰਨ ਲਓ ਇਹਨਾਂ ਦੀ ਸਰਕਾਰ ਨਹੀਂ ਆਉਂਦੀ ਔਰ ਭਗਵੰਤ ਮਾਨ ਸਾਹਿਬ ਜਿੱਤ ਜਾਂਦੇ ਆ, ਤੇ ਫਿਰ ਭਗਵੰਤ ਮਾਨ ਸਾਹਿਬ ਕਿਹੜੀ ਸੀਟ ਰੱਖਣਗੇ, ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ? ਜੀ। ਜੇ ਵਿਧਾਨ ਸਭਾ ਦੀ ਛੱਡਣਗੇ ਤਾਂ ਧੂਰੀ ਤੇ ਇੱਕ ਵਾਰੀ ਫੇਰ ਚੋਣ ਹੋਵੇਗੀ। ਸੋ ਇਸ ਕਰਕੇ ਇਹ ਰਾਜਸੀ ਲੋਕ ਅਜੀਬ ਕਿਸਮ ਦਾ ਭੰਬਲ ਭੂਸਾ ਪੈਦਾ ਕਰ ਦਿੰਦੇ ਨੇ। ਪਰ ਉਹਨਾਂ ਨੂੰ ਮੁਬਾਰਕ, ਕਿਉਂਕਿ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਧੂਰੀ ਤੋਂ ਚੋਣ ਲੜਨ ਵਾਸਤੇ ਕਿਹਾ। ਜੇ ਧੂਰੀ ਤੋਂ ਚੋਣ ਲੜਨੀ ਹੈ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਥਾਂ ਤੇ ਕੌਣ ਜਾਵੇਗਾ? ਕਿਉਂਕਿ ਜਿਹੜੇ ਦਿੱਲੀ ਤੋਂ ਆਉਂਦੇ ਆ ਉਹਨਾਂ ਨੂੰ ਤਾਂ ਪੰਜਾਬ ਦੇ ਸੱਭਿਆਚਾਰ ਦਾ ਪਤਾ ਹੀ ਨਹੀਂ ਜੀ। ਉਹਨਾਂ ਤੋਂ ਤਾਂ ਪੰਜਾਬ ਦੀਆਂ ਗੱਲਾਂ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ। ਹੋਰ ਬੜਾ ਕੁਛ ਹੈਗਾ ਜੀ। ਸੋ ਇਸ ਕਰਕੇ ਇਹਨਾਂ ਨੇ ਅੱਜ ਭਗਵੰਤ ਮਾਨ ਸਾਹਿਬ ਨੂੰ ਐਲਾਨ ਕਰ ਦਿੱਤਾ ਕਿ ਧੂਰੀ ਤੋਂ ਉਹ ਵਿਧਾਨ ਸਭਾ ਦੀ ਚੋਣ ਲੜਨਗੇ। ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਉੱਤੇ ਭਗਵੰਤ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿੰਦੇ ਹਾਂ ਜੀ। ਢਿੱਲੋਂ ਜੀ, ਸੁਖਜਿੰਦਰ ਰੰਧਾਵਾ ਦੇ ਵੱਲੋਂ ਮੋਦੀ ਤੇ ਕੈਪਟਨ ਤੇ ਨਿਸ਼ਾਨੇ ਸਾਧੇ ਗਏ ਨੇ, ਸਿੱਧੇ ਤੌਰ ਤੇ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ। ਉਹਨਾਂ ਦਾ ਸਾਫ਼ ਕਹਿਣਾ ਕਿ ਮੋਦੀ ਤੇ ਕੈਪਟਨ ਨੂੰ ਹੁਣ ਪੰਜਾਬ ਦੇ ਵਿੱਚ ਡਬਲ ਡੋਜ਼ ਦੇਵਾਂਗੇ। ਇਹ ਕੱਲ ਖਬਰ ਛਪੀ ਹੈ ਕਿ ਹੁਣ ਕੈਪਟਨ ਸਾਹਿਬ ਇਕੱਠੇ ਹੋ ਗਏ ਨੇ, ਨਾਲ ਮੋਦੀ ਸਾਹਿਬ ਦੇ ਲੱਗਣਗੇ ਜੀ, ਤੇ ਪੰਜਾਬ ਦੇ ਫਿਰ ਡਬਲ ਇੰਜਨ ਸਰਕਾਰ ਚੱਲੇਗੀ। ਇਹਦਾ ਮਤਲਬ ਢੀਂਡਸਾ ਸਾਹਿਬ ਗਾਰਡ ਨੇ, ਉਹਨਾਂ ਨੂੰ ਇੰਜਨ ਨਹੀਂ ਮੰਨਿਆ ਜਾ ਰਿਹਾ। ਹੋ ਸਕਦਾ ਪੁਰਾਣੇ ਅੱਪੂ ਇੰਜਨ ਉਹ ਵੀ ਹੋਣ ਜਿਹੜੇ ਛੰਟਿੰਗ ਵਾਸਤੇ ਕੰਮ ਆਉਂਦੇ ਨੇ ਜੀ। ਮੰਨ ਲਓ ਨੰਬਰ 1 ਤੇ ਮੋਦੀ ਸਾਹਿਬ, ਕਿਉਂਕਿ ਉਹਨਾਂ ਨੂੰ ਵੱਧ ਸੀਟਾਂ ਦਿੱਤੀਆਂ ਨੇ। ਨੰਬਰ 2 ਤੇ ਕੈਪਟਨ ਸਾਹਿਬ। ਨੰਬਰ 3 ਤੇ ਜਿਹੜੇ ਨੇ ਇਹ ਢੀਂਡਸਾ ਸਾਹਿਬ ਆਉਂਦੇ ਆ, ਉਹਨਾਂ ਨੂੰ ਵੀ 15 ਸੀਟਾਂ ਦਿੱਤੀਆਂ ਨੇ। 4 ਸੀਟਾਂ ਤਾਂ ਬੈਂਸ ਭਰਾ ਵੀ ਲੈ ਗਏ ਜੀ। ਇਹਦਾ ਮਤਲਬ ਉਹ ਸਾਰਾ ਮੇਟ ਦਾ ਕੰਮ ਹੀ ਕਰਨਗੇ। ਡਬਲ ਇੰਜਨ ਤਾਂ 2 ਬੰਦੇ ਹੀ ਰਹਿ ਗਏ ਕਿ ਬਾਕੀ 2 ਡੱਬੇ ਨੇ। ਸੋ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅੱਜ ਕਾਫੀ ਆੜੇ ਹੱਥੀ ਲਿਆ ਹੈ। ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਰੀਨਾ, ਜਿਹੜੀ ਆਪਣੇ ਆਪ ਦੇ ਵਿੱਚ ਨਾ ਕਾਫੀ ਮਹੱਤਵਪੂਰਨ ਬਣ ਜਾਂਦੀ ਹੈ ਜੀ। ਉਹ ਕਹਿੰਦਾ ਵੀ ਮੋਦੀ ਸਾਹਿਬ ਆ ਈਡੀ ਸ਼ੀਡੀ ਭੇਜੋ, ਸਾਡੇ ਵੀ ਭੇਜੋ, ਨਾ ਤਾਂ ਅਸੀਂ ਜ਼ਮਾਨਤ ਕਰਾਈਏ ਨਾ ਜੇਲ੍ਹ ਜਾਣ ਤੋਂ ਡਰੀਏ। ਔਰ ਜੇ ਤੁਹਾਡਾ ਸ਼ੌਕ ਪੂਰਾ ਹੁੰਦਾ ਤੇ ਬਿਲਕੁਲ ਜੇਲ੍ਹ ਜਾਵਾਂਗੇ। ਬਿਕਰਮ ਸਿੰਘ ਮਜੀਠੀਏ ਵਾਂਗੂ ਲੁੱਕੇ ਨਹੀਂ ਬਹਿੰਦੇ। ਉਹਨਾਂ ਨੇ ਆਪਣੀ ਗੱਲ ਕਹਿਤੀ ਜੀ ਕਿ ਆ ਜਾਓ ਮੈਦਾਨ 'ਚ, ਤੁਸੀਂ ਜਿਹੜਾ ਕੁਝ ਕਰਨਾ ਕਰ ਲਓ। ਮੈਂ ਫਿਰ ਕਹਾਂ ਕਿ ਜਿੱਧਰਲੇ ਪਾਸੇ ਨੂੰ ਇਹ ਰਾਜਨੀਤੀ ਤੁਰ ਪਈ, ਇਹ ਰਾਜਨੀਤੀ ਬਹੁਤ ਮਾੜੀ ਹੈ ਜੀ। ਜੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਾਓ, ਜਦੋਂ ਜਰਨੈਲ ਸਿੰਘ ਪੱਤਰਕਾਰ, ਅੱਜ ਤਾਂ ਉਹ ਦੁਨੀਆ 'ਚ ਨਹੀਂ ਰਹੇ, ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸਨ ਜੀ। ਬਾਅਦ ਦੇ ਵਿੱਚ ਅਸਤੀਫਾ ਦਵਾ ਕੇ ਉਹਨਾਂ ਨੂੰ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਮੁਕਾਬਲੇ ਪਿਛਲੀਆਂ 17 ਦੀਆਂ ਚੋਣਾਂ 'ਚ ਚੋਣ ਲੜਾਤੀ ਸੀ, ਹਾਰ ਗਏ। ਕਿਉਂਕਿ ਕੈਪਟਨ ਸਾਹਿਬ ਉਹਨਾਂ ਦੀ ਸੀਟ ਬਚਾਉਣ ਵਾਸਤੇ ਪਟਿਆਲਾ ਛੱਡ ਕੇ ਲੰਬੀ ਵੀ ਜਾ ਪਹੁੰਚੇ। ਦੂਜੇ ਪਾਸੇ
ਰਵਨੀਤ ਬਿੱਟੂ ਪੁੱਤਰ ਨੂੰ ਜਿਤਾਉਣ ਵਾਸਤੇ ਚਲਿਆ ਗਿਆ, ਕਿਉਂਕਿ ਉੱਥੇ ਭਗਵੰਤ ਮਾਨ ਖੜਾ ਹੋ ਗਿਆ ਸੀ। ਸੋ ਇਸ ਤਰ੍ਹਾਂ ਇਹ ਭਗਵੰਤ ਮਾਨ ਉਦੋਂ ਖੜਾ ਹੋਇਆ ਸੀ ਜਦੋਂ ਪਾਰਟੀ ਦੀ ਪੂਰੀ ਚੜ੍ਹਤ ਸੀ, ਤੇ ਇਹ ਕਿਹਾ ਜਾ ਰਿਹਾ ਸੀ ਕਿ ਬਸ ਆਮ ਆਦਮੀ ਪਾਰਟੀ ਤਾਂ ਆਈ। ਬਿਲਕੁਲ ਜੀ। ਉਸ ਵੇਲੇ ਅੱਜ ਉਸ ਸਥਿਤੀ ਪਾਰਟੀ ਦੀ ਨਹੀਂ ਹੈਗੀ। ਕਾਫੀ ਕੁਝ ਕੱਟ ਵੱਢ ਹੋਣੀ ਹੈ। ਕਿਸਾਨਾਂ ਦਾ ਊਠ ਕਿਸ ਕਰਵਟ ਨੂੰ ਬਹਿੰਦਾ ਹੈ। ਸੋ ਸੁਖਜਿੰਦਰ ਸਿੰਘ ਰੰਧਾਵਾ ਨੇ ਲਲਕਾਰ ਕੇ ਕਿਹਾ ਕਿ ਸਾਨੂੰ ਫੋਨ ਵੀ ਆ ਰਹੇ ਨੇ ਜੀ ਅਧਿਕਾਰੀਆਂ ਦੇ ਕੇਂਦਰ ਚੋਂ ਵੀ ਯਾਰ ਪ੍ਰਧਾਨ ਮੰਤਰੀ ਜੀ ਤੁਸੀਂ ਨਾਰਾਜ਼ ਕਰ ਲਏ। ਇਹਦਾ ਮਤਲਬ ਜੇ ਇਹ ਗੱਲ ਸੱਚੀ ਹੈ ਕਿ ਪ੍ਰਧਾਨ ਮੰਤਰੀ ਜੀ ਨਾਰਾਜ਼ ਕਰ ਲਏ, ਫਿਰ ਇਹ ਸਾਰਾ ਤਾਣਾ ਬਾਣਾ ਪੰਜਾਬ ਦੇ ਗਲ 'ਚ ਪਾਉਣ ਵਾਸਤੇ ਬੁਣਿਆ ਗਿਆ ਸੀ। ਜਿਹੜੇ ਮੋਦੀ ਸਾਹਿਬ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਦਾ 18 ਕਿਲੋਮੀਟਰ ਤੋਂ ਬਾਅਦ ਸੜਕੀ ਰੂਟ ਨਹੀਂ ਬਣਦਾ, ਤੇ ਫਿਰ 130-35 ਕਿਲੋਮੀਟਰ ਲੈ ਕੇ ਕਿਉਂ ਗਏ? ਕਿਹਨੇ ਕਲੀਅਰੈਂਸ ਦਿੱਤੀ? ਇਹ ਪੰਜਾਬ ਸਰਕਾਰ ਨੇ ਤਾਂ ਦਿੱਤੀ ਨਹੀਂ, ਇਹ ਤਾਂ NSG ਨੇ ਦੇਣੀ ਹੈ। ਜਿਹੜੇ ਉਹਨਾਂ ਦੇ NSG ਹੈ, SPG ਸਪੈਸ਼ਲ ਪ੍ਰੋਟੈਕਸ਼ਨ ਗਾਰਡ ਜੀ, ਉਹਨਾਂ ਨੇ ਦੇਣੀ ਸੀ, ਦਿੱਤੀ ਹੈ। ਤੇ ਜੇ ਇਹ ਗੱਲ ਰੰਧਾਵਾ ਸਾਹਿਬ ਦੀ ਸੱਚੀ ਹੋਵੇ, ਅਧਿਕਾਰੀਆਂ ਦੇ ਫੋਨ ਆਉਂਦੇ ਆ, ਇਹਦਾ ਮਤਲਬ ਜਿਹੜਾ ਕੁਝ 5 ਤਰੀਕ ਨੂੰ ਮੋਦੀ ਸਾਹਿਬ ਇੱਥੇ ਕਰਕੇ ਗਏ ਨੇ, ਆਪਣੇ CM ਕੋ ਬੋਲਣਾ ਮੈਂ ਜਿੰਦਾ ਵਾਪਸ ਜਾ ਰਹਾ ਹੂੰ, ਜਦੋਂ ਤੁਸੀਂ ਚੌਪਰ 'ਚ ਜਾ ਸਕਦੇ ਸੀ ਜੀ, ਤਾਂ ਗਏ ਕਿਉਂ ਨਾ? ਬਿਲਕੁਲ। ਇਹ ਗੱਲ ਨੂੰ ਕਿਉਂ ਛੁਪਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਸਿਰ ਤੇ ਤੁਸੀਂ ਫਿਰੋਜ਼ਪੁਰ ਦੀ ਰੈਲੀ ਰੱਖੀ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ, ਤੇ ਇੱਕ ਜਿਹੜਾ ਤਾਜ਼ਾ ਭਾਜਪਾ ਦੇ ਵਿੱਚ ਗਿਆ ਸੀ ਫਿਰੋਜ਼ਪੁਰ ਵਾਲਾ ਰਾਣਾ ਸੋਢੀ ਜੀ, ਉਹ ਖਰੇ ਉਤਰ ਨਹੀਂ ਸਕੇ। ਉਹਨਾਂ ਨੂੰ ਆਪਣੀ ਔਕਾਤ ਵੀ ਪਤਾ ਲੱਗ ਗਈ ਵੀ ਕਿੰਨਾ ਕੁ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੈ। ਸੋ ਫਿਰ ਤਾਂ ਇਹ ਗੱਲ ਉਸ ਗੱਲ ਨਾਲ ਜੁੜਦੀ ਆ ਨਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਾਣਬੁੱਝ ਕੇ ਇਹ ਡਰਾਮਾ ਰਚਿਆ। ਸੋ ਹੁਣ ਜਾਂਚ ਹੋ ਰਹੀ ਹੈ, ਜਿਹੜੀ ਜਾਂਚ ਮਾਣਯੋਗ ਜੱਜ ਸਾਹਿਬਾਂ ਕਰ ਰਹੇ ਨੇ ਜੀ, ਇਹਦੇ ਇੰਦੂ ਮਲਹੋਤਰਾ ਉਹਨਾਂ ਨੂੰ ਕਹਿੰਦੇ ਧਮਕੀਆਂ ਆ ਰਹੀਆਂ ਨੇ। ਇਹ ਧਮਕੀਆਂ ਕੌਣ ਦੇ ਰਿਹਾ, ਇਹਦਾ ਵੀ ਜਾਂਚ ਹੋਣੀ ਚਾਹੀਦੀ ਹੈ ਜੀ। ਸੋ ਇਸ ਕਰਕੇ ਆਪਣੇ ਆਪ ਦੇ ਵਿੱਚ ਇਹ ਗਲਤ ਵਾਲੇ ਪਾਸੇ ਨੂੰ ਤੁਰ ਰਹੇ ਨੇ। ਸੋ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਤੁਸੀਂ ਡਬਲ ਇੰਜਨ ਵਾਲੀ ਸਰਕਾਰ ਨਹੀਂ, ਤੁਹਾਨੂੰ ਅਸੀਂ ਡਬਲ ਡੋਜ਼ ਦੇਵਾਂਗੇ। ਪੰਜਾਬੀ ਦੇਣਗੇ ਡਬਲ ਡੋਜ਼ ਜੀ। ਹਾਂ, ਉਹ ਕਰੋਨਾ ਦੀ ਦੇਣਗੇ ਦਵਾਈ ਦੀ ਜਾਂ ਕੋਈ ਹੋਰ ਦੇਣਗੇ, ਇਹ ਤਾਂ ਰੰਧਾਵਾ ਸਾਹਿਬ ਵੀ ਦੱਸ ਸਕਦੇ ਆ ਜੀ। ਢਿੱਲੋਂ ਜੀ, ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੱਖੀ ਵਿੱਤੀ ਮਾਡਲ ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਉਹ ਕੰਮ ਕਰੇਗੀ। ਦੇਖੋ ਠੀਕ ਆ, ਮੁਬਾਰਕ ਹੋਵੇ ਉਹਨਾਂ ਨੂੰ। ਉਹ ਕਹਿੰਦੇ ਕਿ ਜਿਹੜਾ ਪੰਜਾਬ ਦੀ ਵਿੱਤੀ ਸਥਿਤੀ ਨੂੰ ਦੇਖ ਕੇ ਹੀ ਕੰਮ ਕੀਤਾ ਜਾਵੇਗਾ। ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੁਹਾੜਾ ਪੱਟ ਰਿਹਾ ਹੈ ਕਿ ਮਈ ਤੱਕ ਪੰਜਾਬ ਦੇ ਸਿਰ ਤੇ 50,000 ਕਰੋੜ ਦਾ ਕਰਜ਼ਾ ਹੋਰ ਚੜ ਜਾਏਗਾ। 3 ਲੱਖ ਕਰੋੜ ਤਾਂ ਪਿੱਛੇ ਰਹਿ ਗਿਆ, ਉਹ ਦੇਣਾ ਕਿਹਨੇ ਹੈ, ਕਿੱਥੋਂ ਦੇਣਾ ਹੈ? ਤੇ ਭਗਵੰਤ ਮਾਨ ਸਾਹਿਬ ਇਹਦਾ ਮਾਡਲ ਵੀ ਨਾਲ ਦੱਸ ਦੇਣ ਕਿ ਜੇ ਉਹਨਾਂ ਨੇ ਇਸ ਮਾਡਲ ਤੇ ਕੰਮ ਕਰਨਾ, ਇਸ ਮਾਡਲ ਤੇ ਕੰਮ ਕਰਨ ਵਾਸਤੇ ਖਜ਼ਾਨੇ 'ਚ 4 ਛੱਲੜ ਚਾਹੀਦੇ ਨੇ। ਜੇ ਪੈਸੇ ਹੀ ਨਹੀਂ ਖਜ਼ਾਨੇ 'ਚ ਹੋਣਗੇ, ਆਪਣਾ ਨਾਂ ਕੀ ਹੈ, ਕਹਾਵਤ ਹੈ ਪੁਰਾਣੀ ਕਿ ਦਾਣੇ ਹੈ ਨਹੀਂ ਮਾਂ ਪੀਣ ਚੱਲੀ ਹੈ। ਘਰ ਦੇ ਵਿੱਚ ਅਨਾਜ ਨਹੀਂ ਪਰ ਮਾਂ ਪੀਣ ਚੱਲੀ ਹੈ ਜੀ, ਹੈ ਨਾ। ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਹਾਡੇ ਖਜ਼ਾਨੇ 'ਚ ਹੈ ਹੀ ਕੱਖ ਨਹੀਂ, ਤੇ ਫਿਰ ਮਾਂ ਪੀਣ ਵਾਲੀ ਗੱਲ ਕਿਵੇਂ ਸਫਲ ਹੋਏਗੀ? ਬਿਲਕੁਲ ਜੀ। ਕਿੱਥੋਂ ਲਿਆਉਂਗੇ? ਭਗਵੰਤ ਮਾਨ ਸਾਹਿਬ ਨੂੰ ਇੱਕ ਇਹ ਵੀ ਨਾਲ ਦੇਣਾ ਚਾਹੀਦਾ ਕਿ ਆਹ ਤਰੀਕਿਆਂ ਦੇ ਨਾਲ ਅਸੀਂ ਸਰਕਾਰੀ ਖਜ਼ਾਨੇ 'ਚ ਪੈਸੇ ਇਕੱਠੇ ਕਰਾਂਗੇ ਜੀ। ਉਹ ਪੈਸੇ ਫਿਰ ਦੂਜੇ ਪਾਸੇ ਵਰਤੇ ਜਾਣਗੇ, ਉਹਦਾ ਵੀ ਨਾਲ ਦਿਖਾਵਾ ਦੇਣਾ ਚਾਹੀਦਾ ਹੈ। ਜੇ ਪੈਸੇ ਇਕੱਠੇ ਕਰੋਗੇ ਤਾਂ ਲੋਕਾਂ 'ਤੇ ਟੈਕਸ ਵੀ ਲਾਉਂਗੇ, ਟੈਕਸ ਲਾਉਂਗੇ, ਲੋਕਾਂ ਨੇ ਫੇਰ ਚੀਕਾਂ ਮਾਰਨੀਆਂ ਨੇ। ਹੁਣ ਤੱਕ ਤਾਂ ਇਹੀ ਹੋਇਆ ਨਾ, ਲੋਕਾਂ ਨੂੰ 10 ਰੁਪਏ ਦੇ ਦਿਓ, 100 ਰੁਪਇਆ ਜੇਬ 'ਚੋਂ ਕੱਢ ਲਓ। 100 ਰੁਪਇਆ ਕੱਢੇ ਨੂੰ ਚੁੱਪ ਰਹੋ, 10 ਰੁਪਏ ਦਾ ਢੰਡੋਰਾ ਪੱਟ ਦਿਓ। ਕਿਆ ਦੇਤੇ ਬਿਲਕੁਲ। ਇਸ ਕਰਕੇ ਭਗਵੰਤ ਮਾਨ ਸਾਹਿਬ ਜਿਹੜੀਆਂ ਗੱਲਾਂ ਕਰਦੇ ਆ, ਗੱਲਾਂ ਠੀਕ ਨੇ, ਨੇਕ ਨੀਅਤ ਵਾਲੀਆਂ ਨੇ, ਪਰ ਦੇਣੀਆਂ ਕਿਵੇਂ ਨੇ ਇਹਦਾ ਫਾਰਮੂਲਾ ਵੀ ਲੋਕਾਂ ਦੇ ਵਿੱਚ ਦੱਸ ਦਿੱਤਾ ਜਾਵੇ ਜੀ।
ਢਿੱਲੋਂ ਜੀ ਚੜੂਣੀ ਦਾ ਕਹਿਣਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀ ਸੱਤਾ ਦੀ ਚਾਬੀ ਆ ਉਹ ਕਿਸਾਨ ਆਗੂਆਂ ਦੇ ਹੱਥ ਦੇ ਵਿੱਚ ਹੋਵੇਗੀ। ਦੇਖੋ ਜਿਹੜਾ ਕਹਿੰਦਾ ख्वाब जी बहलाने को दिल बहलाने को ख्वाब अच्छे हैं। लड़ ਤਾਂ 9 सीटां ਤੇ ਰਹੇ ਨੇ जी ਨਾ 10 ਤੇ। ਚੜੂਨੀ ਸਾਹਿਬ ਉਹਨਾਂ ਨੂੰ ਮੁਬਾਰਕ। ਅੱਜ ਤਾਂ ਕਹਿੰਦੇ ਆ ਕਿ ਕਿਸਾਨਾਂ ਦੇ ਹੱਥ 'ਚ ਆਵੇ। ਹੁਣ ਤੱਕ ਰਵਾਇਤੀ ਪਾਰਟੀਆਂ ਨੇ ਲੁੱਟ ਕੇ ਪੰਜਾਬ ਦਾ ਬੇੜਾ ਗਰਕ ਕਰਤਾ। ਕੋਈ ਚੰਗੀ ਧਿਰ ਆਵੇ ਭਾਵੇਂ ਉਹ ਕਿਸਾਨਾਂ ਦੇ ਰੂਪ 'ਚ ਹੀ ਕਿਉਂ ਨਾ ਆਵੇ। ਬਿਲਕੁਲ ਜੀ ਅਸੀਂ ਤਾਂ ਉਹਨਾਂ ਦੇ ਸ਼ਬਦਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਚੜੂਨੀ ਸਾਹਿਬ ਜਿਹੜੀ ਗੱਲ ਤੁਸੀਂ ਕਰਦੇ ਹੋ ਇਹ ਖਰੀ ਉਤਰੇ। ਜਿਹੜਾ ਹੁਣ ਤੱਕ ਲੋਕਾਂ ਨੂੰ ਲੁੱਟ ਲਿਆ ਇਹਨਾਂ ਰਵਾਇਤੀ ਪਾਰਟੀਆਂ ਨੇ ਉਹ ਤੋਂ ਛੁਟਕਾਰਾ ਆਵੇ। ਜੀ ਪੰਜਾਬ ਨੂੰ ਕੰਗਾਲ ਕਰਤਾ। ਨਿੱਜੀ ਖਜ਼ਾਨਿਆਂ ਦੀਆਂ ਗੋਗੜਾਂ ਭਰ ਗਈਆਂ ਕਿ ਉੱਥੇ ਪੈਂਚਰ ਵੀ ਨਹੀਂ ਲੱਗਦਾ। ਸੋ ਜਿਹੜੀ ਗੱਲ ਚੜੂਨੀ ਸਾਹਿਬ ਨੇ ਕਹੀ ਹੈ ਅਸੀਂ ਉਹਨਾਂ ਨੂੰ ਇਸ ਗੱਲ ਤੇ ਵਧਾਈ ਦਿੰਦੇ ਹਾਂ। ਪਰ ਪਹਿਲਾਂ ਜਿੱਤ ਲਓ। ਜਿੱਤ ਕੇ ਆਓ। ਹਰਿਆਣੇ ਦੇ ਲੋਕਾਂ ਨੇ ਤਾਂ ਤੁਹਾਡੀ ਬਾਂਹ ਫੜੀ ਨਹੀਂ। ਪਤਾ ਨਹੀਂ ਪੰਜਾਬੀ ਫੜੀ ਲੈਣ। ਜੀ ਉਹਨਾਂ ਨੇ ਆਪਦੇ ਉਮੀਦਵਾਰ 10 ਦੇ 10 ਐਲਾਨ ਤੇ ਅਜੇ ਸੰਯੁਕਤ ਸਮਾਜ ਮੋਰਚੇ ਦੇ ਰਹਿੰਦੇ ਨੇ। ਜੀ ਸੋ ਜਦੋਂ ਨਤੀਜੇ ਆਉਣਗੇ ਚੜੂਨੀ ਸਾਹਿਬ ਜਿਹੜੀ ਗੱਲ ਕਰਦੇ ਨੇ ਇਹਦਾ ਮਾਣਾ ਉਸ ਵੇਲੇ ਕੱਢਿਆ ਜਾਵੇਗਾ। ਅੱਜ ਤਾਂ ਅਜੇ ਤੁਸੀਂ ਪਹਿਲਾਂ ਚੋਣਾਂ ਜਿੱਤ ਕੇ ਆਉਣ ਦੀ ਗੱਲ ਕਰੋ ਕਿ ਜਿੱਤਣੀਆਂ ਕਿਵੇਂ ਨੇ। ਜੀ ਬਿਲਕੁਲ ਢਿੱਲੋਂ ਜੀ ਕਿਉਂਕਿ ਸਮਾਂ ਜਿਹੜਾ ਹਲੇ ਪਿਆਗਾ। ਚੋਣਾਂ ਤੋਂ ਬਾਅਦ ਜਿਹੜਾ 10 ਮਾਰਚ ਨੂੰ ਨਤੀਜੇ ਆਉਣਗੇ ਉਸ ਦੇ ਵਿੱਚ ਹੀ ਪਤਾ ਲੱਗੂਗਾ ਕਿ ਆਖਰ ਕਿਹੜੀ ਪਾਰਟੀ ਆ ਜਿਹੜੀ ਉਹ ਜਿੱਤ ਦਾ ਝੰਡਾ ਗੱਡਦੀ ਹੈ। ਕਿਉਂਕਿ ਪਾਰਟੀਆਂ ਤਾਂ ਸਾਰੇ ਫਿਲਹਾਲ ਦਾਅਵੇ ਠੋਕ ਰਹੇ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ, ਕਾਂਗਰਸ ਪਾਰਟੀ ਆ, ਆਪ ਪਾਰਟੀ ਆ, ਕਿਸਾਨਾਂ ਦੀ ਪਾਰਟੀ ਆ, ਚਾਹੇ ਉਹ ਢੀਂਡਸਾ ਦਾ ਜਿਹੜਾ ਗੱਠਜੋੜ ਆ ਭਾਜਪਾ ਦੇ ਨਾਲ। ਹਰ ਇੱਕ ਪਾਰਟੀ ਦੇ ਵੱਲੋਂ ਆਪਣਾ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ। ਪਰ ਇਹਨਾਂ ਦਾਅਵਿਆਂ ਦਾ ਪਤਾ ਉਹਦੀ ਲੱਗੂਗਾ ਜਦੋਂ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਸੋ ਢਿੱਲੋਂ ਜੀ ਅੱਗੇ ਗੱਲਬਾਤ ਕਰਦੇ ਹਾਂ ਜੋ ਕਿ ਮੁਲਾਇਮ ਯਾਦਵ ਦੀ ਜਿਹੜੀ ਨੂੰਹ ਆ ਛੋਟੀ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ ਹੈ। ਦੇਖੋ ਮੁਲਾਇਮ ਸਿੰਘ ਯਾਦਵ ਜਿਹੜੇ ਅਖਿਲੇਸ਼ ਸਿੰਘ ਯਾਦਵ ਦੇ ਪਿਤਾ ਨੇ। ਅਖਿਲੇਸ਼ ਸਿੰਘ ਯਾਦਵ ਦਾ ਇੱਕ ਛੋਟਾ ਭਰਾ ਆ, ਉਹਦੀ ਪਤਨੀ ਹੈ ਅਰਪਣਾ ਯਾਦਵ। ਕੱਲ ਇਹਨਾਂ ਨੇ ਬੜਾ ਵੱਡਾ ਇੱਕ ਤੀਰ ਕੱਢਿਆ ਕਿ ਲਓ ਜੀ ਫਿਰ ਲੈ ਆਏ ਅਸੀਂ ਮੁਲਾਇਮ ਸਿੰਘ ਯਾਦਵ ਦੀ ਨੂੰਹ ਨੂੰ। ਅਖਿਲੇਸ਼ ਯਾਦਵ ਕੱਲ ਗੱਲ ਕਰ ਰਹੇ ਸੀ ਕਿ ਨੇਤਾ ਜੀ ਨੇ ਬੜਾ ਸਮਝਾਇਆ ਸੀ ਇਹਨਾਂ ਨੂੰ। ਭਾਵ ਮੁਲਾਇਮ ਸਿੰਘ ਯਾਦਵ ਨੇ। ਮੁਲਾਇਮ ਸਿੰਘ ਯਾਦਵ ਇੱਕ ਬਹੁਤ ਪੁਰਾਣੇ ਆਗੂ ਨੇ, ਵੱਡੇ ਕੱਦ ਵਾਲੇ ਆਗੂ ਨੇ। ਉਹ ਕਈ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ ਨੇ। ਸੋ ਜਿਹੜੀ ਚਰਚਾ ਹੁਣ ਤੱਕ ਮੈਂ ਸੁਣੀ ਆ, ਜਿੰਨਾ ਖਬਰਾਂ ਦੇ ਵਿੱਚ ਪਤਾ ਲੱਗਿਆ ਜੀ, ਉਹ ਕਹਿੰਦੇ ਕਿ ਇਸ ਬੀਬੀ ਦਾ ਅਕਸੀ ਇਹ ਹੈ ਕਿ ਇਹ ਮੁਲਾਇਮ ਸਿੰਘ ਯਾਦਵ ਦੀ ਨੂੰਹ ਹੈ ਜੀ। ਘਰ ਦੇ ਵਿੱਚ ਜਠਾਣੀ ਦਰਾਣੀ ਦੇ ਬਖਰੇਵੇਂ ਚੱਲਦੇ ਰਹਿੰਦੇ ਨੇ। ਬਿਲਕੁਲ ਵੱਡੇ ਛੋਟੇ ਪੁੱਤਰ ਦੇ ਬਖਰੇਵੇਂ ਚੱਲਦੇ ਰਹਿੰਦੇ ਨੇ ਜੀ। ਆਮ ਤੌਰ ਤੇ ਜੇ ਸਹੁਰਾ ਸਾਹਿਬ ਜਾਂ ਸੱਸ ਆਪਣਾ ਡੱਕਾ ਵੱਡੀ ਵੱਲ ਛੱਡ ਦੇਣ ਤਾਂ ਛੋਟੀ ਬਹੁਤ ਤੜਫਦੀ ਹੈ ਜੀ। ਜੇ ਛੋਟੀ ਵੱਲ ਛੱਡਿਆ ਜਾਵੇ ਤਾਂ ਤਕਲੀਫ ਵੱਡੀ ਨੂੰ ਹੁੰਦੀ ਹੈ ਜੀ। ਇਹ ਆਪਸ ਵਿੱਚ ਦੀ ਵੱਡੀ ਗੱਲ ਹੈਗੀ, ਬਹੁਤ ਵੱਡੀ ਗੱਲ ਹੈ। ਸੋ ਦੱਸਿਆ ਜਿਹੜਾ ਗਿਆ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਕਿ ਸਿਆਸੀ ਤੌਰ ਤੇ ਇਸ ਬੀਬੀ ਦਾ ਕੋਈ ਬਹੁਤਾ ਆਧਾਰ ਹੈ ਨਹੀਂ ਜੀ। ਇਹ ਮੁਲਾਇਮ ਸਿੰਘ ਯਾਦਵ ਦੇ ਕਰਕੇ ਹੀ ਜੇ ਸਿਆਸੀ ਦੇ ਵਿੱਚ ਪਤਾ ਲੱਗਿਆ ਕਿ ਸ਼ਾਇਦ ਇਹ ਮੇਅਰ ਵਗੈਰਾ ਵੀ ਰਹੀ ਹੈ ਜੀ ਕਾਰਪੋਰੇਸ਼ਨ ਦੀ, ਪਰ ਉਹ ਸਾਰਾ ਕੁਝ ਮੁਲਾਇਮ ਸਿੰਘ ਯਾਦਵ ਦਾ ਸਿਰ ਤੋਂ ਸੀ। ਇਸ ਕਰਕੇ ਕਹਿੰਦੇ ਵੀ ਇਹਦਾ ਕੋਈ ਬਹੁਤਾ ਅਸਰ ਰਾਜਨੀਤੀ 'ਚ ਪੈ ਜਾਏਗਾ ਨਹੀਂ। ਹਾਂ ਇੰਨਾ ਜ਼ਰੂਰ ਰਹੇਗਾ ਕਿ ਉਹਨਾਂ ਨੇ ਇਹਨੂੰ ਰਲਾ ਕੇ ਘੱਟੋ ਘੱਟ ਆਪਣੀ ਸੰਤੁਸ਼ਟੀ ਜ਼ਾਹਰ ਕਰ ਲਈ ਕਿ ਮੁਲਾਇਮ ਸਿੰਘ ਯਾਦਵ ਦੀ ਨੂੰਹ ਨੂੰ ਤੋੜ ਕੇ ਅਸੀਂ ਭਾਰਤੀ ਜਨਤਾ ਪਾਰਟੀ 'ਚ ਲੈ ਆਏ। ਢਿੱਲੋਂ ਜੀ ਦੇਖਿਆ ਜਾ ਰਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਦਾਅਵਾ ਠੋਕਿਆ ਜਾ ਰਿਹਾ। ਜੇਕਰ ਉੱਥੇ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਵੱਲੋਂ ਵੀ ਇਹ ਗੱਲ ਬੜੇ ਉਹਦੇ ਨਾਲ ਕਹੀ ਜਾ ਰਹੀ ਹੈ ਕਿ 80 ਸੀਟਾਂ ਤੇ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਬਸਪਾ ਦਾ ਗੱਠਜੋੜ ਉਹ ਕਰਕੇ ਹੀ ਰਹੇਗਾ। ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਪ੍ਰਧਾਨ ਨੇ ਜੀ। ਜੇ ਉਹ ਢਿੱਲ ਮੱਠ ਵਾਲਾ ਬਿਆਨ ਦੇਣਗੇ ਤਾਂ ਪਾਰਟੀ ਦੇ ਵਿੱਚ ਨਿਰਾਸ਼ਤਾ ਪੈਦਾ ਹੁੰਦੀ ਹੈ। ਉਹ ਇਹ ਤਾਂ ਕਹਿ ਨਹੀਂ ਸਕਦੇ ਸਾਨੂੰ 25 ਸੀਟਾਂ ਆਉਣਗੀਆਂ। ਭਾਵੇਂ
ਪਤਾ ਨਹੀਂ ਨਤੀਜਾ ਕੀ ਆਉਣਾ, ਇਹ ਤਾਂ ਲੋਕ ਦੱਸਣਗੇ, ਅਸੀਂ ਕੋਈ ਜੋਤਸ਼ੀ ਤਾਂ ਹੈ ਨਹੀਂ। ਆਮ ਕਿਹਾ ਜਾਂਦਾ ਹੈ ਕਿ ਲਾਇਸੈਂਸ ਵੱਡਾ ਹੀ ਮਾਰ ਮਾਰੋ। ਕਹਿੰਦੇ ਆ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਰਿਵਾਲਵਰ ਲੈਣਾ ਨਾ ਤਾਂ ਤੋਪ ਦਾ ਲਾਇਸੈਂਸ ਅਪਲਾਈ ਕਰੋ, ਉਹ ਆ ਹੀ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ, ਤੇ ਜੇ ਪ੍ਰਧਾਨ ਹੀ ਢਿੱਲੀ ਜੀ ਗੱਲ ਕਰੇਗਾ ਉਹ ਤਾਂ ਕੋਈ ਬਹੁਤੀ ਨਹੀਂ। ਸ਼ੁਕਰ ਕਰੋ ਉਹ ਤਾਂ ਅੱਗੇ ਕਹਿਤਾ ਸੀਗਾ ਅਸੀਂ ਤਾਂ 234 ਸੀਟਾਂ ਜਿੱਤਾਂਗੇ, ਐਕਤੀ ਤਾਂ ਫੇਰ 80 ਕਿਹਾ। ਸੋ ਉਹਨਾਂ ਨੇ ਆਪਦੇ ਪਾਰਟੀ ਦੇ ਹੌਸਲੇ ਬੁਲੰਦ ਰੱਖਣ ਵਾਸਤੇ, ਵਰਕਰਾਂ ਨੂੰ ਕਾਇਮ ਰੱਖਣ ਵਾਸਤੇ ਇਸ ਤਰ੍ਹਾਂ ਦੀ ਹੱਲਾਸ਼ੇਰੀ ਦੇਣੀ ਹੁੰਦੀ ਹੈ। ਉਹਨਾਂ ਦੇ ਬਿਆਨ ਦੇ ਵਿੱਚੋਂ ਵੀ ਇਹੀ ਝਲਕਦਾ ਹੈ ਕਿ ਅਕਾਲੀ ਦਲ 80 ਸੀਟਾਂ ਜਿੱਤੇਗਾ। ਜਿੱਦਣ ਨਤੀਜਾ ਆ ਗਿਆ, ਜਿੱਦਾਂ ਦਾ ਆ ਗਿਆ, ਫਿਰ ਉਸ ਤਰ੍ਹਾਂ ਦੀ ਟਿੱਪਣੀ ਉਦੋਂ ਆਪਾਂ ਕਰ ਦਿਆਂਗੇ। ਜੀ ਢਿੱਲੋਂ ਜੀ, ਭਾਜਪਾ ਦਾ ਕਿੱਦਾਂ ਦਾ ਰੁਖ ਦੇਖਦੇ ਹੋ? ਕਿਉਂਕਿ ਜਦੋਂ ਕਿਸਾਨੀ ਮੋਰਚਾ ਚੱਲ ਰਿਹਾ ਸੀ ਤਾਂ ਉਸ ਵਕਤ ਭਾਜਪਾ ਦਾ ਚਾਰੇ ਪਾਸੇ ਵਿਰੋਧ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਉਹਨਾਂ ਦੇ ਬਾਈਕਾਟ ਦੇ ਪੋਸਟਰ ਤੱਕ ਲਗਾ ਦਿੱਤੇ ਗਏ ਸੀ ਤੇ ਉਸ ਵਕਤ ਵੀ ਇੱਕੋ ਆਵਾਜ਼ ਸੁਣਨ ਨੂੰ ਮਿਲ ਰਹੀ ਸੀ ਕਿ ਲੋਕਾਂ ਦਾ ਕਹਿਣਾ ਸੀ ਕਿ ਭਾਜਪਾ ਨੂੰ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੇ ਵਿੱਚ ਸ਼ੀਸ਼ਾ ਉਹ ਦਿਖਾ ਦਿੱਤਾ ਜਾਵੇਗਾ। ਕੀ ਲੱਗਦਾ ਕਿ ਭਾਜਪਾ ਨੂੰ ਅਜਿਹੀ ਉਸ ਕਿਸਾਨੀ ਮੋਰਚੇ ਦੀ ਮਾਰ ਝੱਲਣੀ ਪੈ ਸਕਦੀ ਹੈ? ਰੀਨਾ ਜੀ, ਇਹ ਜ਼ਮੀਰਾਂ ਮਰੀਆਂ ਨੇ ਇਹਨਾਂ ਪਾਰਟੀ ਵਾਲਿਆਂ ਦੇ ਆਗੂਆਂ ਦੀਆਂ, ਲੀਡਰਾਂ ਦੀਆਂ। ਜੀ, ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਦੇ ਵਿੱਚ ਅਜੇ ਵੀ ਕੋਈ ਬਹੁਤਾ ਨਹੀਂ। ਜਿਵੇਂ ਬੇਅਦਬੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਧੱਕਿਆ ਗਿਆ, ਇਹ ਭਾਰਤੀ ਜਨਤਾ ਪਾਰਟੀ ਵਿੱਚ ਵੀ ਕੋਈ ਬਹੁਤਾ ਨਹੀਂ। ਇਹ ਜਦੋਂ ਲੀਡਰਾਂ ਦੀ ਅਦਲਾ ਬਦਲੀ ਹੁੰਦੀ ਹੈ ਤਾਂ ਹੇਠਲੇ ਪੱਧਰ ਦੇ ਲੀਡਰਾਂ ਤੇ ਵਰਕਰਾਂ ਵਾਸਤੇ ਬਹੁਤ ਔਖਾ ਹੁੰਦਾ ਹੈ। ਬਿਲਕੁਲ ਜੀ। ਸਵੇਰੇ ਤੁਸੀਂ ਸਾਰਾ ਕੁਝ ਜਾ ਕੇ ਕਹੀ ਜਾਓ ਫਲਾਨਾ 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 ਫਲਾਨਾ, ਤੇ ਦੁਪਹਿਰ ਤੋਂ ਬਾਅਦ ਜਾ ਕੇ ਉਹ ਜੇਬ 'ਚ ਪਾ ਲਓ ਝੰਡਾ ਤੇ ਦੂਜਾ ਚੱਕ ਕੇ ਲੈ ਜਾਓ ਵੀ ਪਹਿਲਾਂ ਤਾਂ ਅਸੀਂ ਆਮ ਆਦਮੀ ਨਾਲ, ਹੁਣ ਅਸੀਂ ਕਾਂਗਰਸੀ ਬਣ ਗਏ ਜਾਂ ਅਕਾਲੀ ਬਣ ਗਏ ਜਾਂ ਭਾਜਪਾਈ ਬਣ ਗਏ। ਸੋ ਇਹ ਸਥਿਤੀਆਂ ਵਰਕਰਾਂ ਵਾਸਤੇ ਬਹੁਤ ਮਾੜਾ ਪੈਦਾ ਹੁੰਦੀਆਂ ਨੇ। ਲੀਡਰਾਂ ਦੇ ਵਿੱਚ ਕੋਈ ਕਦਰਾਂ ਕੀਮਤਾਂ ਵਾਲੀ ਗੱਲ ਰਹੀ ਨਹੀਂ। ਇੱਥੇ ਲੀਡਰਾਂ ਨੇ ਆਪਦੇ ਮੁਤਾਬਕ ਉਹ ਕਹਿੰਦੇ ਆ ਵੀ ਜਨਤਾ ਮੂਰਖ ਹੈ, ਇਹਨਾਂ ਨੇ ਤਾਂ ਸਾਡੇ ਪਿੱਛੇ ਹੀ ਲੱਗ ਜਾਣਾ ਹੈ ਜੀ। ਇਸ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਕੁਝ ਲੀਡਰ ਕਰ ਰਹੇ ਨੇ ਇਹਨਾਂ ਨੂੰ ਵੱਢਣਾ ਵੀ ਇਹੀ ਪਏਗਾ ਜੀ। ਸੋ ਲਗਾਤਾਰ ਇਹ ਲੀਡਰ ਜਿਹੜੇ ਆ ਹਾਸ਼ੀਏ ਤੇ ਧੱਕੇ ਜਾ ਰਹੇ ਨੇ ਔਰ ਹਾਸ਼ੀਏ ਤੇ ਹੀ ਰਹਿਣਗੇ। ਪਤਾ ਨਹੀਂ, ਇਸ ਵਾਰ ਬਹੁਤ ਗੁੰਝਲਦਾਰ ਸਥਿਤੀ ਬਣੀ ਹੋਈ ਹੈ। ਕਿਸਾਨਾਂ ਦੇ ਨਾਲ ਕਿੰਨਾ ਕੁ ਲੋਕ ਉਹਨਾਂ ਨੂੰ ਅਪਣਾਉਂਦੇ ਨੇ। ਜਦੋਂ ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ ਉਸ ਵੇਲੇ ਸਾਰਿਆਂ ਨੇ ਮਿਲ ਕੇ ਕਿਸਾਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਜੀ, ਪਰ ਕਿਸਾਨਾਂ ਦੇ ਆਗੂਆਂ ਨੂੰ ਕੁਝ ਵਹਿਮ ਹੋ ਗਿਆ ਕਿ ਅਸੀਂ ਤਾਂ ਬਿਲਕੁਲ ਸਾਰੇ ਹੀ ਸਾਡੇ ਨਾਲ ਨੇ, ਕੋਈ ਫਰਕ ਹੀ ਨਹੀਂ ਹੈਗਾ। ਜਦ ਕਿ ਸਿਆਸਤ ਦੇ ਵਿੱਚ ਇਹ ਚੀਜ਼ਾਂ ਦਾ ਫਰਕ ਹੁੰਦਾ ਹੈ। ਸਿਆਸੀ ਗੱਲ ਹੋਰ ਹੈ, ਜਦੋਂ ਤੁਸੀਂ ਕੋਈ ਲੜਾਈ ਲੜਦੇ ਹੋ। ਪੰਜਾਬੀ ਤਾਂ ਹਮੇਸ਼ਾ, ਮੈਂ ਕਿਹਾ ਨਾ, ਜੇ ਕੋਈ ਧੱਕਾ ਕਰਦਾ ਹੈ ਉਹਦੇ ਉਲਟ ਝੰਡੇ ਚੱਕ ਕੇ ਖੜ ਜਾਂਦੇ ਨੇ ਜੀ। ਇਹ ਮੋਰਚੇ ਦੇ ਵਿੱਚ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਵਗੈਰਾ ਵਗੈਰਾ ਸਾਰੀਆਂ ਤੋਂ ਕਿਸਾਨ ਵੀ ਆਏ ਤੇ ਹੋਰਨਾਂ ਧਿਰਾਂ ਨੇ ਵੀ ਕਿਸਾਨਾਂ ਦੀ ਮਦਦ ਕੀਤੀ, ਜਿਸ ਕਰਕੇ ਕਿਸਾਨ ਜਿੱਤ ਕੇ ਪਰਤੇ ਨੇ। ਪਤਾ ਨਹੀਂ ਉਹਨਾਂ ਨੇ ਕਿਹੜਾ ਫਾਰਮੂਲਾ ਅਡਾਪਟ ਕੀਤਾ ਜਿਹਦੇ ਕਰਕੇ ਉਹਨਾਂ ਨੇ ਕਹਿਤਾ ਅਸੀਂ ਚੋਣਾਂ ਲੜਨੀਆਂ ਨੇ, ਪਰ ਬਹੁਤ ਲੋਕ ਜਿਹੜੇ ਸਿਆਸੀ ਤੌਰ ਤੇ ਮਾਹਿਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਕਿਸਾਨ ਜੇ ਨਾ ਲੜਦੇ ਤਾਂ ਚੰਗਾ ਸੀ ਜੀ। ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।